ਦੀਆਂ ਜਿਹੜੀਆਂ ਫਾਈਲਸ ਨੇ ਉਹ ਬੈਕਲੌਗ ਦਾ ਮੁੱਦਾ ਪਿਛਲੇ ਸਮੇਂ ਤੋਂ ਚਰਚਾ 'ਚ ਹੈ। ਸ਼ੌਨ ਫਰੇਜ਼ਰ ਸਾਹਿਬ ਮਿਨਿਸਟਰ ਵੀ ਕਹਿ ਰਹੇ ਨੇ ਕੰਮ ਕਰ ਰਹੇ ਆ, ਪਰ ਲੋਕ ਕਹਿ ਰਹੇ ਕਿ ਕੰਮ ਹੋ ਨਹੀਂ ਰਿਹਾ, ਜਿਉਂ ਦਾ ਤਿਉਂ ਸਮੱਸਿਆ ਬਣੀ ਹੋਈ ਹੈ। ਦੇਖੋ ਮੇਰੇ ਖਿਆਲ ਇਹ ਗੱਲ ਗਲਤ ਆ ਕਿ TR to PR ਵਾਲੇ ਸਾਡੇ ਭੈਣ ਭਰਾ ਵੇਟ ਕਰਦੇ ਆ, ਉਹਨਾਂ ਦਾ ਲੱਗਦਾ ਕਿ ਇਸ ਸਾਲ ਹੁਣ ਕਾਫੀ ਆਉਣ ਲੱਗ ਪਿਆ, ਸ਼ੁਰੂ ਹੋ ਗਏ ਆ ਔਰ ਮੇਰਾ ਖਿਆਲ ਉਹ ਪ੍ਰੋਸੈਸ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋ ਜਾਣਗੇ, ਪਰ ਕਾਫੀ ਪ੍ਰੋਸੈਸਿੰਗ ਜਲਦੀ ਹੋ ਰਹੀ ਆ। ਹੁੰਦਾ ਹੋਰ ਲੋਕ ਕਹਿੰਦੇ ਕਿ ਅਸੀਂ ਉਸ ਕੰਟਰੀ 'ਤੇ ਆਉਣਾ, ਹੋਰ ਐਪਲੀਕੇਸ਼ਨਾਂ ਜ਼ਿਆਦੀਆਂ ਹੁੰਦੀਆਂ, ਬੈਕਲੌਗ ਹੁੰਦਾ। ਬੈਕਲੌਗ ਖਤਮ ਕਰ ਰਿਹਾ ਕਾਫੀ ਪੁਰਾਣਾ ਔਰ ਮੇਰੇ ਖਿਆਲ ਆਈ ਥਿੰਕ 1/3 ਤਕਰੀਬਨ ਮੇਰੇ ਅੰਡਰਸਟੈਂਡਿੰਗ ਮੁਤਾਬਕ ਹੋ ਗਿਆ ਔਰ ਪੂਰੀ ਆਸ ਹੈ ਕਿ ਇਸ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕਿ ਜਿਹੜਾ ਨੋਰਮਲ ਵੇਟ ਟਾਈਮ ਜਾਂ ਉਹਦੇ ਵਿੱਚ ਸਾਰੀਆਂ ਫਾਈਲਾਂ ਹੋਇਆ ਕਰਨਗੀਆਂ, ਪਰ ਸਾਨੂੰ ਪੇਸ਼ੈਂਟ ਹੋਣਾ ਪੈਂਦਾ। ਕਾਫੀ ਪ੍ਰੋਫੈਸ਼ਨਲਸ ਫੈਡਰਲ ਗੌਰਮੈਂਟ ਸੱਦ ਰਹੀ ਹੈ, ਪਰ ਇਹ ਹਕੀਕਤ ਹੈ ਕਿ ਬਹੁਤ ਸਾਰੇ ਫੋਰਨ ਡਾਕਟਰ ਜਿਹੜੇ ਨੇ ਇੱਥੇ ਟੈਕਸੀਆਂ ਚਲਾਉਂਦੇ ਨੇ, ਟਰੱਕ ਡਰਾਈਵ ਕਰਦੇ ਨੇ। ਕੀ ਤੁਸੀਂ ਪ੍ਰੋਵਿੰਸਾਂ ਨੂੰ ਪੁਸ਼ ਕਰੋਗੇ ਇਹਦੇ ਲਈ? ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਜਾਂ ਨਰਸਿੰਗ ਪ੍ਰਾਈਵੇਟ ਕਾਲਜ ਕੈਨੇਡਾ ਕਰਨਾ ਚਾਹੁੰਦੇ, ਤੁਹਾਨੂੰ ਪੋਸਟ ਗ੍ਰੈਜੂਏਟ ਪਰ ਵਰਕ ਪਰਮਿਟ ਨਹੀਂ ਮਿਲਦਾ ਅਤੇ LMI ਹਸਪੀਟਲ ਦੇ ਨਹੀਂ ਸਕਦਾ, ਸੋ ਉਹ ਉਸ ਕਰਕੇ ਉੱਧਰ ਅਟਰੈਕਸ਼ਨ ਨਹੀਂ। ਆਈ ਥਿੰਕ ਇਹ ਵੀ ਜੇ ਇੱਕ ਚੇਂਜ ਹੋ ਸਕੇ, ਸਾਡੇ ਇੱਧਰ ਵੀ ਇਹ ਕਮੀ ਪੂਰੀ ਹੋ ਸਕਦੀ। ਸੋ ਅਸੀਂ ਇਹ ਕਦੇ ਨਹੀਂ ਕਿਹਾ ਕਿ ਪੈਸੇ ਨਹੀਂ ਉਹਦੇ ਦੇਣੇ, ਅਸੀਂ ਕਿਹਾ ਸਾਨੂੰ ਸਟੈਂਡਰਡ ਦਿਓ ਔਰ ਸਾਨੂੰ ਟਾਰਗੇਟਸ ਦਿਓ। ਜੇ ਅਸੀਂ ਇੰਨੀ ਐਕਸਟਰਾ ਫੰਡਿੰਗ ਦਿੱਤੀ, ਤੁਹਾਡੀ ਸਰਜਰੀ ਵੇਟ ਟਾਈਮ ਕਿੰਨੀ ਘਟੂਗੀ, ਲੋਕਾਂ ਨੂੰ ਕਿੰਨੇ ਡਾਕਟਰ ਵੱਧ ਮਿਲਣਗੇ, ਲੋਕਾਂ ਨੂੰ ਕਿੰਨੀਆਂ ਨਰਸਾਂ ਵੱਧ ਮਿਲਣਗੀਆਂ। ਜੇ ਤੁਸੀਂ ਦਿਓਗੇ ਅਸੀਂ ਦੇਵਾਂਗੇ, ਜੇ ਤੁਸੀਂ ਸਿਰਫ ਪੈਸੇ ਲੈਣਾ ਮੰਗਦੇ ਤਾਂ ਮੋਹਰੇ ਕੋਈ ਸ਼ਰਤ ਬਿਨਾਂ ਸ਼ਰਤ ਤੋਂ ਤੁਸੀਂ ਲੈਣੇ ਚਾਹੁੰਦੇ, ਉਹ ਨਹੀਂ ਅਸੀਂ ਦੇਣੇ। ਅਸੀਂ ਟਾਰਗੇਟ ਕਰਨੇ ਆ, ਅਸੀਂ ਉੱਥੇ ਦੇਣੇ ਆ ਜਿਹੜਾ ਸੂਬਾ ਕਹੂਗਾ ਕਿ ਅਸੀਂ ਹਾਂ ਇੰਨੇ ਡਾਕਟਰ ਵਧਾਵਾਂਗੇ, ਸਰਜਰੀ ਵੇਟ ਟਾਈਮ ਡਿਕਰੀਜ਼ ਕਰਾਂਗੇ, ਨਰਸਾਂ ਵਧਾਵਾਂਗੇ, ਉਹਨਾਂ ਨੂੰ ਐਕਸੈਸ ਦੇਵਾਂਗੇ, ਉਹ ਚੀਜ਼ਾਂ ਦੇਵਾਂਗੇ, ਫਿਰ ਅਸੀਂ ਦੇਵਾਂਗੇ। ਕੈਨੇਡੀਅਨਸ ਐਕਸਪੈਕਟ ਕਰਦੇ 5-7 ਸਾਲ ਪਹਿਲਾਂ ਹੋਣਾ ਚਾਹੀਦਾ ਸੀਗਾ ਕਿ ਐਂਟੀਸਿਪੇਟ ਕਰਦੇ ਜਦੋਂ ਵੀ ਆਹ ਵੁਢਾਪਾ ਆ ਰਿਹਾ ਮੋਰੇ ਤਾਂ ਇਹਨੂੰ ਕਿੱਦਾਂ ਅਸੀਂ ਉਹਨਾਂ ਡੀਲ ਕਰਨਾ, ਨਾ ਕਿ ਜਦੋਂ ਵੁਢਾਪਾ ਆ ਗਿਆ ਤਾਂ ਰਿਟਾਇਰਮੈਂਟ ਹੋ ਗਈ ਫਿਰ ਹੀ ਅਸੀਂ ਡੀਲ ਕਰੀਏ। ਕੈਨੇਡਾ ਦੇ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਤੇ ਹੈਲਥ ਕੇਅਰ ਵੱਡੇ ਮੁੱਦੇ ਬਣੇ ਹੋਏ ਨੇ। ਇਸ ਬਾਰੇ ਗੱਲਬਾਤ ਕਰਨ ਲਈ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਸਾਡੇ ਨਾਲ ਜੁੜ ਚੁੱਕੇ ਨੇ। ਸਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ। ਬਿਲਕੁਲ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ। ਸਰਾਏ ਸਾਹਿਬ, ਇਮੀਗ੍ਰੇਸ਼ਨ ਦੀਆਂ ਜਿਹੜੀਆਂ ਫਾਈਲਸ ਨੇ ਉਹ ਬੈਕਲੌਗ ਦਾ ਮੁੱਦਾ ਪਿਛਲੇ ਸਮੇਂ ਤੋਂ ਚਰਚਾ 'ਚ ਹੈ। ਸ਼ੌਨ ਫਰੇਜ਼ਰ ਸਾਹਿਬ ਮਿਨਿਸਟਰ ਵੀ ਕਹਿ ਰਹੇ ਨੇ ਕੰਮ ਕਰ ਰਹੇ ਆ, ਪਰ ਲੋਕ ਕਹਿ ਰਹੇ ਕਿ ਕੰਮ ਹੋ ਨਹੀਂ ਰਿਹਾ, ਜਿਉਂ ਦਾ ਤਿਉਂ ਸਮੱਸਿਆ ਬਣੀ ਹੋਈ ਹੈ। ਦੇਖੋ ਮੇਰੇ ਖਿਆਲ ਇਹ ਗੱਲ ਗਲਤ ਆ। 4,37,000 ਆਲਰੇਡੀ PR ਹੋਏ ਲਾਸਟ ਈਅਰ। ਇਹ ਐਕਚੁਅਲ ਫਾਈਲਾਂ ਕੰਪਲੀਟ ਜਿਹੜੀਆਂ ਹੋਈਆਂ, ਇਹ ਬਹੁਤ ਵੱਡੀ ਅਕੰਪਲਿਸ਼ ਆ। ਇਹ ਕੈਨੇਡਾ ਦੀ ਹਿਸਟਰੀ ਹੈ, ਕੋਈ ਵੀ ਨਹੀਂ ਰਿਕਾਰਡ ਇਹ ਤੋਂ ਪਹਿਲਾਂ ਹੈਗਾ ਕਿ ਇੰਨਾ, ਔਰ ਹਰ ਸਾਲ ਪਿਛਲੇ 7 ਸਾਲਾਂ 'ਚ ਐਵਰੀ ਈਅਰ ਤੋਂ ਵੱਡਾ ਰੈਕਡ ਹੋਇਆ। ਸੋ ਉਹ ਹੋ ਰਿਹਾ, ਪਰ ਅਗੇਨ ਜਦੋਂ ਤੁਹਾਡਾ ਰੈਕਡ ਹੁੰਦਾ, ਹੋਰ ਲੋਕ ਕਹਿੰਦੇ ਕਿ ਅਸੀਂ ਉਸ ਕੰਟਰੀ 'ਤੇ ਆਉਣਾ, ਹੋਰ ਐਪਲੀਕੇਸ਼ਨਾਂ ਜ਼ਿਆਦੀਆਂ ਹੁੰਦੀਆਂ, ਬੈਕਲੌਗ ਹੁੰਦਾ। ਬੈਕਲੌਗ ਖਤਮ ਕਰ ਰਿਹਾ ਕਾਫੀ ਪੁਰਾਣਾ ਔਰ ਮੇਰੇ ਖਿਆਲ ਆਈ ਥਿੰਕ 1/3 ਤਕਰੀਬਨ ਮੇਰੇ ਅੰਡਰਸਟੈਂਡਿੰਗ ਮੁਤਾਬਕ ਹੋ ਗਿਆ ਔਰ ਪੂਰੀ ਆਸ ਹੈ ਕਿ ਇਸ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕਿ ਜਿਹੜਾ ਨੋਰਮਲ ਵੇਟ ਟਾਈਮ ਜਾਂ ਉਹਦੇ ਵਿੱਚ ਸਾਰੀਆਂ ਫਾਈਲਾਂ ਹੋਇਆ ਕਰਨਗੀਆਂ, ਪਰ ਸਾਨੂੰ ਪੇਸ਼ੈਂਟ ਹੋਣਾ ਪੈਂਦਾ। ਕਾਫੀ ਜਦੋਂ ਸਾਲ ਦੇ ਵਿੱਚ ਉਹ PR ਜਿਹੜੇ ਕੋਟਾ ਹੁੰਦਾ ਔਰ ਉਹ ਆਲਵੇਜ਼ ਅਨਾਊਂਸ ਕੀਤਾ ਪਹਿਲਾਂ ਹੁੰਦਾ, ਉਹ ਉਨੇ ਹੀ ਉਸ ਸਾਲ ਦੇ ਹੋਣੇ ਹੁੰਦੇ ਆ। ਉਹ ਇਹ ਨਹੀਂ ਕਿ ਸਟਾਫ ਸ਼ੋਰਟੇਜ ਜਾਂ ਹੋ ਰਿਹਾ, ਸਟਾਫ ਉਹਨਾਂ ਦੇ ਨਾਲ ਵਧਾਈ ਜਾਂਦੇ ਆ। ਤਕਰੀਬਨ ਮੇਰੇ ਖਿਆਲ 1500 ਇਮੀਗ੍ਰੇਸ਼ਨ ਆਫਿਸਰ ਹੋਰ ਇਸ ਸਾਲ ਹਾਇਰ ਕੀਤਾ ਗਿਆ ਸੀ, ਪਰ ਉਹ ਕੋਟਾ ਉਨਾ ਹੀ ਹੁੰਦਾ। ਉਹ ਜਦੋਂ ਪੂਰਾ ਹੋ ਜਾਂਦਾ ਫਿਰ ਅਗਲੇ ਸਾਲ ਦੀ ਉਹ ਬਾਰੀ ਆ ਜਾਂਦੀ। ਸੋ ਆਈ ਥਿੰਕ ਕਾਫੀ ਖਾਸ ਕਰਕੇ TR to PR ਵਾਲੇ ਸਾਡੇ ਭੈਣ ਭਰਾ ਵੇਟ ਕਰਦੇ ਆ, ਉਹਨਾਂ ਦਾ ਲੱਗਦਾ ਕਿ ਇਸ ਸਾਲ ਹੁਣ ਕਾਫੀ ਆਉਣ ਲੱਗ ਪਿਆ, ਸ਼ੁਰੂ ਹੋ ਗਏ ਆ ਔਰ ਮੇਰਾ ਖਿਆਲ ਉਹ ਪ੍ਰੋਸੈਸ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋ ਜਾਣਗੇ, ਪਰ ਕਾਫੀ ਪ੍ਰੋਸੈਸਿੰਗ ਜਲਦੀ ਹੋ ਰਹੀ ਆ। ਇੱਕ ਸਰਾਏ ਸਾਹਿਬ ਹੋਰ ਮੁੱਦਾ ਉੱਠਦਾ ਕਿ ਕੈਨੇਡਾ ਇਮੀਗ੍ਰੈਂਟਸ ਸੱਦ ਰਿਹਾ ਹੈਗਾ, ਲੋਕ ਆ ਰਹੇ ਨੇ, ਪਰ ਇਨਫਰਾਸਟਰਕਚਰ ਉਸ ਢੰਗ ਦੇ ਨਾਲ ਬਿਲਡ ਨਹੀਂ ਹੋ ਰਿਹਾ। ਲੋਕ ਕਹਿੰਦੇ ਕਿ ਉਹਨਾਂ ਨੂੰ ਰਹਿਣ ਤੇ ਕਿਰਾਏ 'ਤੇ ਜਗ੍ਹਾ ਨਹੀਂ ਮਿਲ ਰਹੀ, ਬਾਕੀ ਕ੍ਰਾਈਸਿਸ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਇਨਫਰਾਸਟਰਕਚਰ ਉਸ ਢੰਗ ਦੇ ਨਾਲ ਐਕਸਪੈਂਡ ਨਹੀਂ ਕੀਤਾ ਜਾ ਰਿਹਾ। ਦੇਖੋ, ਜਿੱਥੇ ਫੈਡਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ, ਉਹ ਪ੍ਰੋਵਿੰਸਸ ਕਹਿ ਰਿਹਾ ਕਿ ਸਾਨੂੰ ਵਰਕਰ ਚਾਹੀਦੇ ਆ ਘਰ ਬਣਾਉਣ ਵਾਸਤੇ। ਸੋ ਅਸੀਂ ਉਹ ਖੋਲ੍ਹ ਦਿੱਤੀ ਹੈ ਕਿ ਉਹ ਟ੍ਰੇਡਸ, ਉਹ ਸਕਿੱਲਸ, ਉਹ ਲੇਬਰਰਸ ਆ ਸਕਣ ਉੱਥੇ। ਜਿੱਥੇ ਪੈਸੇ ਉਹ ਨਹੀਂ ਕਿਹਾ ਕਿ ਸਾਨੂੰ ਅਫੋਰਡੇਬਲ ਰੈਂਟਲ ਹਾਊਸਿੰਗ ਲਈ ਚਾਹੀਦਾ, ਅਸੀਂ ਪਹਿਲਾਂ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਕੀਤੀ। ਪਹਿਲੀ ਸਰਕਾਰ ਆ, ਹਾਰਪਰ ਸਰਕਾਰ ਨੇ ਕਦੇ ਨਹੀਂ ਕੀਤਾ, ਕੰਜ਼ਰਵੇਟਿਵ ਨੇ ਨਹੀਂ ਕਦੇ ਕੀਤਾ। ਪਹਿਲਾਂ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਕੀਤੀ ਔਰ ਉਹਦੇ ਵਿੱਚ ਤਕਰੀਬਨ $70 ਬਿਲੀਅਨ ਪਾਇਆ, ਜਿਹਦੇ ਵਿੱਚ ਨਵੀਂ ਕੰਸਟਰਕਸ਼ਨ ਲਈ $24 ਬਿਲੀਅਨ ਪਾਇਆ ਗਿਆ। BC ਨੂੰ ਆਲਰੇਡੀ $10 ਬਿਲੀਅਨ ਉਹਦਾ ਆ ਚੁੱਕਾ, ਹੁਣ 4ਥਾ ਬਿਲੀਅਨ ਆਲਮੋਸਟ ਲੱਗਾ। ਸੋ ਅਸੀਂ ਜਿੱਥੇ ਸਾਡਾ ਫਾਈਨੈਂਸ਼ਲੀ ਤੌਰ 'ਤੇ ਇਮੀਗ੍ਰੇਸ਼ਨ ਆਈ, ਉਹ ਸਾਡੀ ਜ਼ਿੰਮੇਵਾਰੀ। ਜਿੱਥੇ ਪਰਮਿਟ ਦੇਣੇ, ਲੈਂਡ ਰੀਜ਼ੋਨ ਕਰਨੀ, ਲੈਂਡ ਅਵੇਲੇਬਲ ਕਰਨੀ, ਜਲਦੀ ਪਰਮਿਟ ਦੇਣੀ, ਫੀਸਾਂ ਉਹਦੀਆਂ ਥੋੜ੍ਹੀਆਂ ਨੇ, ਉਹ ਪ੍ਰੋਵਿੰਸ ਦਾ ਤਾਂ ਸਿਟੀ ਦਾ ਫਰਜ਼ ਬਣਦਾ। ਉਹ ਸਿਟੀਆਂ ਨੂੰ ਹੁਣ ਗੱਲ ਕਰਨ ਲੱਗੀਆਂ ਜਿੱਥੇ ਇਹਨਾਂ ਨੂੰ 7 ਸਾਲ ਪਹਿਲਾਂ ਕਰਨਾ ਚਾਹੀਦਾ। ਪ੍ਰੋਵਿੰਸਾਂ ਨੂੰ ਵੀ 7 ਸਾਲ ਪਹਿਲਾਂ, ਜੇ ਹੁਣ ਦੇਖੀਏ ਚਾਹੇ ontario
ਪਤਾ ਚਾਹੇ BC ਆ ਇਸ ਸਾਲ ਹੀ ਹੁਣ ਗੱਲ ਕਰਨ ਲੱਗੇ ਆ ਕਿ ਅਸੀਂ ਹਾਊਸਿੰਗ ਨੂੰ ਰੈਪਿਡਲੀ ਕਰਨਾ, ਹਾਊਸਿੰਗ ਮਿਨਿਸਟਰ ਵੀ ਬਣਾਉਣ ਲੱਗ ਪਿਆ ਜਿਹਦਾ ਕਿ ਜ਼ਿੰਮੇਵਾਰੀ ਦਿੱਤੀ ਆ। ਇਹ ਹੁਣ ਨਵਾਂ ਕੰਮ ਚੱਲਿਆ, ਹੋਪਫੁਲੀ ਹੁਣ ਇਹ ਵੀ ਉਸੇ ਸਪੀਡ ਦੇ ਨਾਲ ਕਰਨਗੇ ਤਾਂ ਕਿ ਜਿੰਨੇ ਇਮੀਗ੍ਰੈਂਟ ਆਉਂਦੇ ਆ ਉਹਨੇ ਘਰ ਵੀ ਬਣ, ਉਹ ਕਾਮੇ ਵੀ ਆਉਣ, ਇੱਥੇ ਦੋਨੇ ਹੈਂਡ ਇਨ ਹੈਂਡ ਹੋਣੇ ਚਾਹੀਦੇ। ਇਹ ਅਸੀਂ ਡੈਫੀਨਿਟਲੀ ਅੰਡਰਸਟੈਂਡ ਕਰਦੇ ਕਿ ਇੱਕ ਆਊਟ ਆਫ ਬੈਲੈਂਸ ਦੂਜੇ ਤੋਂ ਨਹੀਂ ਹੋ ਸਕਦਾ, ਹਾਊਸਿੰਗ ਵੀ ਚਾਹੀਦੀ ਔਰ ਪ੍ਰੋਵਿੰਸ ਜਦੋਂ ਮੰਗਦੇ ਵਰਕਰ ਉਹਨਾਂ ਨੂੰ ਹਾਊਸਿੰਗ ਵਾਸਤੇ ਵੀ ਪਰਮਿਟ ਉਨੀ ਜਲਦੀ ਤੋਂ ਜਲਦੀ ਔਰ ਮੋਰ ਅਫੋਰਡੇਬਲ ਤਰੀਕੇ ਨਾਲ ਦੇਣੇ ਚਾਹੀਦੇ। ਦੂਜਾ ਕ੍ਰਾਈਸਿਸ ਸਰਾਏ ਸਾਹਿਬ, ਹੈਲਥ ਕੇਅਰ ਦਾ ਇਸ ਸਮੇਂ ਵੱਡਾ ਮੁੱਦਾ ਬਣਿਆ ਹੋਇਆ ਕੈਨੇਡਾ ਦੇ ਵਿੱਚ। ਤਾਂ ਕੁਝ ਪ੍ਰੋਵਿੰਸਾਂ ਜਿਹੜੀਆਂ ਨੇ ਉਹ ਸਰਜਰੀਜ਼ ਦੇ ਬੈਕਲੌਗ ਦੇ ਲਈ ਪ੍ਰਾਈਵੇਟ ਖੇਤਰ ਦੇ ਵੱਲ ਜਾ ਰਹੀਆਂ ਨੇ, ਪਰ ਪ੍ਰੋਵਿੰਸਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਫੰਡਿੰਗ ਵਧਾ ਨਹੀਂ ਰਹੇ, ਫੈਡਰਲ ਸਰਕਾਰ ਵਾਲੇ ਮਦਦ ਨਹੀਂ ਕਰ ਰਹੇ, ਪਰ ਉਹਨਾਂ ਨੇ ਤਾਂ ਆਪਣੇ ਕ੍ਰਾਈਸਿਸ ਦਾ ਕੋਈ ਨਾ ਕੋਈ ਹੱਲ ਕੱਢਣਾ, ਉਹ ਤਾਂ ਇਸ ਪਾਸੇ ਵੱਲ ਜਾ ਰਹੇ। ਦੇਖੋ ਅਸੀਂ ਜਿਹੜੀ ਫੰਡਿੰਗ ਦਾ ਉਹ ਲੱਗਦਾ ਕਿ ਐਗਰੀਮੈਂਟ ਕਾਫੀ ਨੇੜੇ ਆਉਣ ਵਾਲਾ। ਅਸੀਂ ਇੱਕੋ ਸ਼ਰਤ ਲਾਈ ਸੀ, ਇਹ ਕਦੇ ਨਹੀਂ ਕਿਹਾ ਕਿ ਪੈਸੇ ਨਹੀਂ ਉਹਦੇ ਦੇਣੇ। ਅਸੀਂ ਕਿਹਾ ਸਾਨੂੰ ਸਟੈਂਡਰਡ ਦੇ ਦਿਓ ਔਰ ਸਾਨੂੰ ਟਾਰਗੇਟਸ ਦਿਓ। ਜੇ ਅਸੀਂ ਇੰਨੀ ਐਕਸਟਰਾ ਫੰਡਿੰਗ ਦਿੱਤੀ, ਤੁਹਾਡੀ ਸਰਜਰੀ ਵੇਟ ਟਾਈਮ ਕਿੰਨੀ ਘਟੂਗੀ, ਲੋਕਾਂ ਨੂੰ ਕਿੰਨੇ ਡਾਕਟਰ ਵੱਧ ਮਿਲਣਗੇ, ਲੋਕਾਂ ਨੂੰ ਕਿੰਨੀਆਂ ਨਰਸਾਂ ਵੱਧ ਮਿਲਣਗੀਆਂ। ਜੇ ਤੁਸੀਂ ਦਿਓਗੇ ਅਸੀਂ ਦੇਵਾਂਗੇ, ਜੇ ਤੁਸੀਂ ਸਿਰਫ ਪੈਸੇ ਲੈਣਾ ਮੰਗਦੇ ਤਾਂ ਮੋਹਰੇ ਕੋਈ ਸ਼ਰਤ ਬਿਨਾਂ ਸ਼ਰਤ ਤੋਂ ਤੁਸੀਂ ਲੈਣੇ ਚਾਹੁੰਦੇ, ਉਹ ਨਹੀਂ ਅਸੀਂ ਦੇਣੇ। ਅਸੀਂ ਟਾਰਗੇਟ ਕਰਨੇ ਆ, ਅਸੀਂ ਉੱਥੇ ਦੇਣੇ ਆ ਜਿਹੜਾ ਸੂਬਾ ਕਹੂਗਾ ਕਿ ਅਸੀਂ ਹਾਂ ਇੰਨੇ ਡਾਕਟਰ ਵਧਾਵਾਂਗੇ, ਸਰਜਰੀ ਵੇਟ ਟਾਈਮ ਡਿਕਰੀਜ਼ ਕਰਾਂਗੇ, ਨਰਸਾਂ ਵਧਾਵਾਂਗੇ, ਉਹਨਾਂ ਨੂੰ ਐਕਸੈਸ ਦੇਵਾਂਗੇ, ਉਹ ਚੀਜ਼ਾਂ ਦੇਵਾਂਗੇ, ਫਿਰ ਅਸੀਂ ਦੇਵਾਂਗੇ। ਕੈਨੇਡੀਅਨਸ ਐਕਸਪੈਕਟ ਕਰਦੇ ਕਿ ਜਦੋਂ ਅਸੀਂ ਮਨੀ ਉਹਨਾਂ ਦੀ ਸਪੈਂਡ ਕਰਦੇ ਕਿ ਮੋਰੇ ਰਿਸਪੌਂਸਿਬਲ ਤਰੀਕੇ ਦੇ ਨਾਲ ਉਹ ਇਸਤੇਮਾਲ ਕੀਤੀਆਂ ਜਾਣ। ਸੋ ਉਹ ਚੀਜ਼ਾਂ ਟਾਰਗੇਟ ਆ। ਉਹ ਅਗੇਨ ਮੈਂ ਪ੍ਰੋਵਿੰਸਾਂ ਨੂੰ ਕਹਿੰਦਾ, ਇਹਨਾਂ ਨੂੰ ਪਤਾ ਸੀ ਕ੍ਰਾਈਸਿਸ ਕਿ ਬੇਬੀ ਬੂਮਰ ਏਜ ਰਿਟਾਇਰ ਹੋ ਰਿਹਾ, ਉਹ ਡਾਕਟਰ ਨਰਸਿਸ ਰਿਟਾਇਰ ਹੋ ਰਹੀਆਂ, ਉਹੀ ਮਰੀਜ਼ ਵੀ ਬਣ ਰਿਹਾ ਕਿਉਂਕਿ ਓਬਵੀਅਸਲੀ ਜਿਹੜੇ ਸੀਨੀਅਰਸ ਆ ਹੋਰ ਪੇਸ਼ੈਂਟ ਜ਼ਿਆਦਾ ਬਣਦੇ ਆ। ਉਹਨਾਂ ਵਾਸਤੇ ਇਹ ਨਹੀਂ ਬਹੁਤ ਲੇਟ ਰਿਐਕਟ ਕੀਤਾ, ਹੁਣ ਕ੍ਰਾਈਸਿਸ ਹੋਈ ਕਰਕੇ ਹੁਣ ਰਿਐਕਟ ਕਰ ਰਿਹਾ। ਕਈ ਸੂਬੇ ਜਿੱਦਾਂ ਤੁਸੀਂ ਕਿਹਾ ਕਿ ontario ਵਾਲੇ ਕਹਿ ਰਹੇ ਕਿ ਪ੍ਰਾਈਵੇਟ ਨੂੰ ਅਸੀਂ ਯੂਜ਼ ਕਰ ਲਈਏ। ਦੇਖੋ ਕੈਨੇਡਾ ਦਾ ਹੈਲਥ ਕੇਅਰ ਆਲਵੇਜ਼ ਫ੍ਰੀ ਚਾਹੀਦਾ, ਉਹਨੂੰ ਇੰਪਲੀਮੈਂਟ ਕਿੱਦਾਂ ਕਰਦੇ। ਜੇ ਕੋਈ ਪ੍ਰਾਈਵੇਟਲੀ ਪੈਸੇ ਉਨੇ ਫੀਸ ਦੇ ਵਿੱਚ ਸਰਜਰੀ ਕਰ ਸਕਦਾ, MRI ਕਰ ਸਕਦਾ, ਇਹ ਚੀਜ਼ ਐਕਸਪਲੋਰ ਕਰ ਸਕਦੇ ਪ੍ਰੋਵਿੰਸ, ਉਹਨੂੰ ਕਰਨਾ ਚਾਹੀਦਾ। ਪਰ ਦੋ ਟੀਅਰ ਨਹੀਂ ਕਦੇ ਹੋਣੇ ਚਾਹੀਦੇ ਕਿ ਇੱਕ ਅਮੀਰ ਜਾ ਕੇ ਜਲਦੀ ਕਰਾ ਲਵੇ ਤਾਂ ਗਰੀਬ ਜਿਹੜਾ ਉਹ 6 ਮਹੀਨੇ ਜਾਂ ਸਾਲ ਵੇਟ ਕਰੇ, ਉਹ ਨਾ ਹੋਵੇ। ਜੇ ਸੇਮ ਐਕਸੈਸਿਬਲ ਦੋਨਾਂ ਨੂੰ ਹੈਗਾ ਔਰ ਸਰਕਾਰ ਪੇ ਕਰ ਰਹੀ, ਉਹ ਕੁਇਕਲੀ ਡਿਲੀਵਰ ਕਰ ਸਕਦੇ। ਉਹਦੇ 'ਚ ਮੇਰੇ ਹਿਸਾਬ ਦੇ ਨਾਲ ਨਹੀਂ ਕੋਈ ਹਰ ਜਗ੍ਹਾ, ਪਰ ਉਹ ਹਰ ਇੱਕ ਪ੍ਰੋਵਿੰਸ, ਹਰ ਇੱਕ ਸੂਬਾ ਉਹਨੂੰ ਦੇਖ ਕੇ ਉਹਦੇ ਅਨੁਸਾਰ ਇਨੋਵੇਟਿਵ ਤਰੀਕੇ ਦੇ ਨਾਲ ਉਹ ਇਹ ਹੱਲ ਵਰਤ ਸਕਦੀ ਆ। ਪਰ NDP ਇਹ ਗੱਲਬਾਤ ਕਹਿ ਰਹੀ ਹੈ ਫੈਡਰਲ ਲੈਵਲ ਤੇ ਕਿ ਪ੍ਰਧਾਨ ਮੰਤਰੀ ਨੂੰ ਇਹ ਸਭ ਕੁਝ ਪਤਾ ਹੈ, ਪਰ ਉਹ ਜਾਣਬੁੱਝ ਕੇ ਚੁੱਪ ਨੇ। ਨਹੀਂ, ਬਿਲਕੁਲ ਨਹੀਂ। ਉਹਨੇ ਹਰ ਵਾਰੀ ਕਿਹਾ ਕਿ ਅਸੀਂ ਫੰਡਿੰਗ ਦੇਵਾਂਗੇ ਔਰ ਫੰਡਿੰਗ ਦੇ ਉੱਤੇ ਰਾਈਟ ਨਾਓ ਚਾਹੇ ਉਹ ਡੋਮਿਨਿਕ ਲਬਲਾਂਕ ਹੈ ਸਾਡੇ ਇੰਟਰ ਪ੍ਰੋਵਿੰਸ਼ੀਅਲ ਮਿਨਿਸਟਰ, ਅਤੇ ਚਾਹੇ ਉਹ ਮਿਸਟਰ ਡਿਕਲੋ ਹੈਗੇ ਆ ਹੈਲਥ ਮਿਨਿਸਟਰ, ਦੋਨੇ ਕਰ ਰਹੇ, ਦੋਨੇ ਕਹਿੰਦੇ ਨਗੋਸ਼ੀਏਸ਼ਨ ਵਧੀਆ ਚੱਲ ਰਹੀ ਹੈ, ਬੜੀ ਨੇੜੇ ਆ ਰਹੀ ਹੈ। ਸੋ ਲੱਗਦਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਫੈਸਲਾ ਔਰ ਅਨਾਊਂਸਮੈਂਟ ਹੋ ਜੂਗੀ। ਪਰ ਅਗੇਨ ਇਹ ਕੰਡੀਸ਼ਨਾਂ ਦੇ ਨਾਲ ਹੋਊਗੀ, ਅਨਕੰਡੀਸ਼ਨਲ ਫੰਡਿੰਗ ਨਹੀਂ ਹੋਊਗੀ। ਔਰ ਗਾਂ ਇੰਪਲੀਮੈਂਟ ਉਹਨੂੰ ਕਰਦੇ ਉਹ ਵੀ ਦੇਖਾਂਗੇ। ਫਿਰ ਜੇ ਫੋਰ ਐਗਜ਼ਾਮਪਲ ontario ਜਾਂ ਅਲਬਰਟਾ ਦਾ ਸਿਸਟਮ ਬੈਟਰ ਆਉਂਦਾ ਕਿ BC ਦਾ ਅਤੇ ਨੋਵਾ ਸਕੋਸ਼ੀਆ ਦਾ ਸਿਸਟਮ ਬੈਟਰ ਆਉਂਦਾ, ਕਿਹੜਾ ਸੂਬਾ ਕਿੱਦਾਂ ਕਰਦਾ, ਕਿਹੜਾ ਫਾਸਟਰ ਸਰਵਿਸਿਜ਼ ਇੰਪਲੀਮੈਂਟ ਕਰਦਾ, ਸਰਵਿਸ ਡਿਲੀਵਰੀ ਸਟੈਂਡਰਡ ਬੈਟਰ, ਔਰ ਲੋਕਾਂ ਦੀ ਆਮ ਹੈਲਥ ਕੇਅਰ ਬੈਟਰ ਹੋਵੇ। ਹੁਣ ਕੱਲ੍ਹ ਅਸੀਂ ਖਬਰ ਸੁਣੀ ਕਿ ਪੋਰਟ ਹਾਰਡੀ ਦੇ ਵਿੱਚ 3 ਡਾਕਟਰ ਆ, 2 ਰਿਟਾਇਰ ਹੋਣ ਲੱਗੇ, ਇੱਕ ਕੋਈ ਰਹਿ ਜਾਣਾ ਸਾਰੇ ਸ਼ਹਿਰ ਦੇ ਵਿੱਚ। ਇਹ ਨਹੀਂ ਠੀਕ ਹੈਗਾ। ਪ੍ਰੋਵਿੰਸ ਨੂੰ ਇੱਥੇ ਐਕਟਿਵਲੀ ਕਰਨਾ ਚਾਹੀਦਾ। ਚੰਗੀਆਂ ਚੀਜ਼ਾਂ ਕੀਤੀਆਂ EB ਨੇ ਫੋਰਨ ਡਾਕਟਰਾਂ ਵਾਸਤੇ, ਆਈ ਥਿੰਕ ਸਾਰੇ ਸੂਬੇ ਇਸੇ ਤਰ੍ਹਾਂ ਕਰਨ ਤਾਂ ਅਸੀਂ ਇਹ ਹੱਲ ਕਰ ਸਕਦੇ ਜਲਦੀ ਤੋਂ ਜਲਦੀ। ਪਰ ਇਹ ਐਕਚੁਅਲੀ 5-7 ਸਾਲ ਪਹਿਲਾਂ ਹੋਣਾ ਚਾਹੀਦਾ ਸੀਗਾ ਕਿ ਐਂਟੀਸਿਪੇਟ ਕਰਦੇ ਜਦੋਂ ਵੀ ਆਹ ਵੁਢਾਪਾ ਆ ਰਿਹਾ ਮੋਰੇ ਤਾਂ ਇਹਨੂੰ ਕਿੱਦਾਂ ਅਸੀਂ ਉਹਨਾਂ ਡੀਲ ਕਰਨਾ, ਨਾ ਕਿ ਜਦੋਂ ਵੁਢਾਪਾ ਆ ਗਿਆ ਤਾਂ ਰਿਟਾਇਰਮੈਂਟ ਹੋ ਗਈ ਫਿਰ ਹੀ ਅਸੀਂ ਡੀਲ ਕਰੀਏ। ਸਰਾਏ ਸਾਹਿਬ, ਆਖਰੀ ਸਵਾਲ ਹੈ ਕਿ ਪ੍ਰੋਫੈਸ਼ਨਲਸ ਫੈਡਰਲ ਗੌਰਨਮੈਂਟ ਸੱਦ ਰਹੀ ਹੈ, ਪਰ ਇਹ ਹਕੀਕਤ ਹੈ ਕਿ ਬਹੁਤ ਸਾਰੇ ਫੋਰਨ ਡਾਕਟਰ ਜਿਹੜੇ ਨੇ ਇੱਥੇ ਟੈਕਸੀਆਂ ਚਲਾਉਂਦੇ ਨੇ, ਟਰੱਕ ਡਰਾਈਵ ਕਰਦੇ ਨੇ। ਕੀ ਤੁਸੀਂ ਪ੍ਰੋਵਿੰਸਾਂ ਨੂੰ ਪੁਸ਼ ਕਰੋਗੇ ਇਹਦੇ ਲਈ ਕਿ ਪ੍ਰੋਸੀਜਰ ਫਾਸਟ ਕੀਤਾ ਜਾਵੇ ਕਿ ਉਹ ਡਾਕਟਰ ਆ ਸਕਣ? ਫੈਮਿਲੀ ਡਾਕਟਰਸ ਦੀ ਘਾਟ ਹੈ, 1 ਮਿਲੀਅਨ ਕੋਲ ਇੱਥੇ ਹੈ ਨਹੀਂ। ਅਲਬਰਟਾ 'ਚ ਵੀ ਉਹੀ ਹਾਲ ਹੈ, ontario 'ਚ ਵੀ ਉਹੀ ਹਾਲ ਹੈ। ਕਿ ਤੁਸੀਂ ਪੁਸ਼ ਇਸ ਖੇਤਰ 'ਚ ਕਰੋਗੇ ਕਿ ਉਹ ਡਾਕਟਰ ਜਿਹੜੇ ਉਹ ਆ ਜਾਣ ਪ੍ਰੈਕਟਿਸ ਦੇ ਵਿੱਚ? ਹਾਂ ਬਿਲਕੁਲ। ਦੇਖੋ ਮੈਂ ਤਾਂ ਇਹ ਆ ਈਵਨ ਪੋਲੀਟਿਕਸ ਤੋਂ ਪਹਿਲਾਂ ਵੀ ਬੜਾ ਇਸ ਚੀਜ਼ ਦੇ ਉੱਤੇ 5-6 ਪ੍ਰੀਮੀਅਰ ਹੋ ਚੁੱਕੇ ਆ, ਸਾਰਿਆਂ ਕੋਲ ਪੁਸ਼ ਕਰ ਚੁੱਕੇ, ਕਿਉਂਕਿ ਇਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਪ੍ਰੋਵਿੰਸਾਂ ਕੋਲ ਆ। ਲਾਇਸੈਂਸਿੰਗ ਕਰਨਾ, ਅਕ੍ਰੈਡੀਟੇਸ਼ਨ ਦੇਣੀ ਆ। ਅੱਗੇ ਮੈਨੀਟੋਬਾ, ਸਸਕੈਚੁਅਨ ਇਹ 'ਚ ਅਗਰੈਸਿਵ ਸੀਗੇ, ਉਹ ਨਹੀਂ ਓਪਰਚੁਨਿਟੀ ਦੇ ਦਿੰਦੇ ਸੀਗੇ ਫੋਰਨ ਡਾਕਟਰ ਨੂੰ। ਸਾਡਾ BC ਬਹੁਤ ਪਿੱਛੇ
ਵਿੱਚ ਸੀਗਾ। BC ਹੁਣ ਪ੍ਰੀਮੀਅਰ EB ਨੇ ਕਾਫੀ ਚੇਂਜ ਲਿਆਂਦੇ, ਜਿਨ੍ਹਾਂ 32 ਤੋਂ 96 ਕੀਤੇ ਆ ਸਪੋਰਟਸ ਰੈਜ਼ੀਡੈਂਸੀ ਜਿਹੜੇ ਫੋਰਨ ਡਾਕਟਰ ਵਾਸਤੇ। ਇਹਨੀ ਐਸੋਸੀਏਟ ਫਿਜ਼ੀਸ਼ੀਅਨ ਪੋਜੀਸ਼ਨ ਕ੍ਰੀਏਟ ਕਰਤੀ, ਜਿਹੜਾ ਕਿ ਫੋਰਨ ਰੈਗੂਲੇਟਡ ਡਾਕਟਰ ਆ ਉਹ BC ਦੇ ਵਿੱਚ ਪ੍ਰੈਕਟਿਸ ਕਰ ਸਕਦਾ। ਔਰ ਉਹਨੀ ਜਿਹੜੇ ਅਮਰੀਕਨ ਲਾਇਸੈਂਸ ਆ, ਜਿੱਦਾਂ ਸਾਡੇ ਬਹੁਤ ਸਾਰੇ ਕੈਰੇਬੀਅਨ ਜੋਰ ਜਾਂਦੇ ਉਹ ਅਮਰੀਕਾ 'ਚ ਲਾਇਸੈਂਸ ਹੋ ਜਾਂਦੇ, ਉਹਨਾਂ ਨੂੰ 3 ਸਾਲ ਦੇ ਐਗਜ਼ਾਮ ਨਹੀਂ ਦੇਣੇ ਪਊਗੇ। ਇਹ ਟਾਈਪ ਆਫ ਇਨੋਵੇਟਿਵ ਤਰੀਕੇ ਕਰਨੇ ਚਾਹੀਦੇ ਤਾਂ ਕਿ ਸਾਡੇ ਡਾਕਟਰ ਊਬਰ ਜਾਂ ਟੈਕਸੀਆਂ ਨਾ ਚਲਾਉਣ, ਸਾਡੇ ਡਾਕਟਰ ਮੈਡੀਸਨ ਪ੍ਰੈਕਟਿਸ ਕਰਨ। ਪਰ ਇਹ ਅਗੇਨ ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੱਕ ਆ, ਕੰਟਰੋਲ ਦੇ ਵਿੱਚ ਹੈਗਾ। ਪਰ ਆਈ ਥਿੰਕ ਕਾਫੀ ਚੇਂਜਸ ਆਏ। ਰਮਨੀਕ ਦਸਾਂਝ BC ਮੈਡੀਕਲ ਬੋਰਡ ਦੀ ਡਾਕਟਰਸ ਦੀ ਹੈੱਡ ਆਈ ਆ, ਉਹਨ ਬਦਲਾਅ ਕੀਤਾ। ਆਈ ਥਿੰਕ ਨਰਸਿਸ ਦੇ ਵਿੱਚ ਵੀ ਹੁਣ ਇਸੇ ਟਾਈਪ ਆਫ ਪੁਸ਼ ਕਰ ਰਿਹਾ ਕਿ ਫੋਰਨ ਨਰਸਾਂ ਆਈਆਂ ਇੱਥੇ ਪਰ ਉਹਨਾਂ ਨੂੰ ਕ੍ਰੈਡਿਟ ਨਹੀਂ ਕਰਦੀਆਂ। ਸਾਡੇ 'ਚ ਵੀ ਥੋੜ੍ਹੀ ਜਿਹੀ ਕਮੀ ਹੈਗੀ। ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਆ, ਨਰਸਿੰਗ ਪ੍ਰਾਈਵੇਟ ਕਾਲਜ ਕੈਨੇਡਾ ਕਰਨਾ ਚਾਹੁੰਦੇ, ਤੁਹਾਨੂੰ ਪੋਸਟ ਗ੍ਰੈਜੂਏਟ ਪਰ ਵਰਕ ਪਰਮਿਟ ਨਹੀਂ ਮਿਲਦਾ ਅਤੇ LMI ਇਹ ਹਸਪੀਟਲ ਦੇ ਨਹੀਂ ਸਕਦਾ। ਸੋ ਉਹ ਉਸ ਕਰਕੇ ਉੱਧਰ ਅਟਰੈਕਸ਼ਨ ਨਹੀਂ। ਆਈ ਥਿੰਕ ਇਹ ਵੀ ਜੇ ਇੱਕ ਚੇਂਜ ਹੋ ਸਕੇ, ਸਾਡੇ ਇੱਧਰ ਵੀ ਇਹ ਕਮੀ ਪੂਰੀ ਹੋ ਸਕਦੀ। ਸੋ ਮੈਂ ਜਿੱਥੇ ਸਾਡੀ ਜ਼ਿੰਮੇਵਾਰੀ ਉੱਥੇ ਕਰ ਰਿਹਾ ਇਹ ਉਪਰਾਲਾ। ਲੱਗਦਾ ਕਿ ਪ੍ਰੋਵਿੰਸ ਵੀ ਹੁਣ ਫਾਈਨਲੀ ਇੱਥੇ ਲੱਗੇ ਆ, ਤਾਂ ਹੋਪਫੁਲੀ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਊਗਾ। ਜੀ ਸਰਾਏ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਸੋ ਇਹ ਸਨ ਰਣਦੀਪ ਸਿੰਘ ਸਰਾਏ, ਜਿਨ੍ਹਾਂ ਨੇ ਸਿੱਧੇ ਰੂਪ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਫਾਈਲਸ ਦਾ ਜਿਹੜਾ ਬੈਕਲੌਗ ਹੈ ਉਹਨੂੰ ਘਟਾਉਣ ਦੇ ਲਈ ਵੀ ਫੈਡਰਲ ਸਰਕਾਰ ਕੰਮ ਕਰ ਰਹੀ ਹੈ। ਨਾਲੋਂ ਨਾਲ ਹੈਲਥ ਕੇਅਰ ਕ੍ਰਾਈਸਿਸ ਦੇ ਉੱਪਰ ਵੀ ਗੰਭੀਰਤਾ ਦੇ ਨਾਲ ਨਜ਼ਰ ਵੀ ਰੱਖੀ ਜਾ ਰਹੀ ਹੈ ਅਤੇ ਕਦਮ ਵੀ ਚੁੱਕੇ ਜਾ ਰਹੇ ਨੇ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।